ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਦੇਸ਼ ਦਾ ਪਹਿਲਾ ਖੰਭਾ ਮੁਕਤ ਪਿੰਡਾਂ ਵਾਲਾ ਸੂਬਾ ਬਣਾਉਣ ਲਈ ਆਪਣੇ ਜੱਦੀ ਪਿੰਡ ਸਤੋਜ 'ਚ ਬਿਜਲੀ ਦੀਆਂ ਤਾਰਾਂ ਅੰਡਰਗਰਾਉਂਡ ਪਾਉਣ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ 'ਚ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਇਹ ਪ੍ਰੋਜੈਕਟ ਆਧੁਨਿਕ ਬੁਨਿਆਦੀ ਢਾਂਚੇ, ਨਿਰਵਿਘਨ ਬਿਜਲੀ ਸਪਲਾਈ ਤੇ ਸੁਰੱਖਿਅਤ ਪਿੰਡਾਂ ਤੇ ਆਧਾਰਿਤ ਰੋਸ਼ਨ ਪੰਜਾਬ ਦੀ ਸ਼ੁਰੂਆਤ ਦੱਸਿਆ ਜਾ ਰਿਹਾ ਹੈ। ਇਸ ਪ੍ਰੋਜੈਕਟ ਤਹਿਤ 800 ਖਪਤਕਾਰਾਂ ਦੇ ਘਰਾਂ ਨੂੰ ਜੋੜਨ ਵਾਲੀ 41 ਕਿਲੋਮੀਟਰ ਸਰਵਿਸ ਕੇਬਲ ਜ਼ਮੀਨ ਦੋਜ ਵਿਛਾਈ ਜਾਵੇਗੀ। ਇਸ ਨਾਲ ਪਿੰਡਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲੇਗੀ। ਮੀਂਹ ਤੇ ਤੇਜ਼ ਹਵਾਵਾਂ ਹੁਣ ਬਿਜਲੀ ਸਪਲਾਈ 'ਚ ਵਿਘਨ ਨਹੀਂ ਪਾ ਸਕਣਗੀਆਂ। ਪੰਜਾਬ ਦੇ ਵਿੱਚ ਇੱਕ ਇਹੋ ਜਿਹਾ ਪ੍ਰੋਜੈਕਟ ਸ਼ੁਰੂ ਕਰ ਰਹੇ ਹਾਂ ਪਿੰਡ ਸਤੌਜ ਤੋਂ, ਜਿਹੜਾ ਹਜੇ ਦੇਸ਼ ਦੇ ਕਿਸੇ ਸੂਬੇ ਨੇ ਸੋਚਿਆ ਨਹੀਂ। ਅੱਜ ਇੱਥੋਂ 3.5 ਫੁੱਟ ਥੱਲੇ ਤਾਰ ਪਊਗੀ, ਕੋਈ ਸੜਕ ਤੋੜਨ ਦੀ ਲੋੜ ਨਹੀਂ। 382 ਖੰਭੇ ਆਪਣੇ ਪਿੰਡੋਂ ਪੱਟੇ ਜਾਣਗੇ। ਹੁਣ ਤਾਰਾਂ ਇਹੋ ਜਿਹੀਆਂ ਆ ਗਈਆਂ ਕਿ ਨਾ ਉਹਨਾਂ ਨੂੰ ਅੱਗ ਲੱਗੇ, ਨਾ ਉਹਨਾਂ ਨੂੰ ਗਰਮੀ ਸਰਦੀ ਦਾ ਫਰਕ ਹੈ, ਕੋਈ ਨਾ ਪਾਣੀ ਦਾ ਫਰਕ ਹੈ। ਫਾਈਬਰ ਦੀਆਂ ਬਹੁਤ ਡਿਜੀਟਲ ਤਾਰਾਂ ਆ ਗਈਆਂ। ਜਿੱਦਾਂ ਫਿਰ ਕਨੈਕਸ਼ਨ ਸਾਰੇ ਹੋ ਗਏ ਘਰਾਂ ਘਰ ਜਾ ਕੇ, ਉਦੋਂ ਆਪਾਂ ਇੱਥੋਂ ਮੇਨ ਸਪਲਾਈ ਆਨ ਕਰ ਦਾਂਗੇ। ਜੇ ਅਸੀਂ ਅੱਜ ਦੀ ਗੱਲ ਕਰੀਏ, ਸਭ ਤੋਂ ਪਹਿਲਾਂ ਅੱਜ ਜਿਹੜੀ ਹੈ ਮਾਨਸੂਨ ਕਾਫੀ ਫੇਵਰੇਬਲ ਕੰਡੀਸ਼ਨ ਸੀ। ਇੱਕ ਸੀਜ਼ਨਲ ਟਰਾਪ ਜੋ ਪੰਜਾਬ ਤੋਂ ਲੈ ਕੇ ਬੇ ਆਫ ਬੰਗਾਲ ਤੱਕ ਬਣਿਆ ਹੋਇਆ ਸੀ, ਨਾਰਥ ਬੇ ਆਫ ਬੰਗਾਲ ਤੱਕ, ਉਹਦੇ ਕਰਕੇ ਇਹ ਸਾਰਾ ਰੀਜ਼ਨ ਹੈ ਜਿੰਨਾ ਨਾਰਥ ਇੰਡੀਆ ਠੀਕ ਠਾਕ ਮੌਸਮ ਸੀ, ਫੇਵਰੇਬਲ ਸੀ, ਅਤੇ ਜਿਹਦੇ ਕਰਕੇ ਅੱਜ ਜਿਹੜਾ ਮਾਨਸੂਨ ਹੈ ਉਹ ਨਾਰਥ ਵੈਸਟ ਇੰਡੀਆ ਵਿੱਚ ਆ ਗਿਆ। ਕਿਵੇਂ ਉੱਤਰ ਪ੍ਰਦੇਸ਼ ਦੇ ਹਿੱਸੇ ਕਵਰ ਹੋ ਚੁੱਕੇ ਹੈ, ਉਹਦੇ ਨਾਲ ਉੱਤਰਾਖੰਡ ਦੇ ਜ਼ਿਆਦਾਤਰ ਹਿੱਸੇ ਕਵਰ ਹੋ ਚੁੱਕੇ ਹੈ, ਹਿਮਾਚਲ ਦੇ ਵੀ ਕੁਝ ਹਿੱਸੇ ਕਵਰ ਹੋਏ ਹੈ, ਉੱਧਰ ਲਦਾਖ ਦੇ ਵਿੱਚ ਕਵਰ ਹੋਇਆ। ਜੇ ਅਸੀਂ ਆਉਣ ਵਾਲੇ 2 ਤੋਂ 3 ਦਿਨਾਂ ਦੀ ਗੱਲ ਕਰੀਏ ਤਾਂ ਮਾਨਸੂਨ ਅੱਛੇ ਫੇਜ਼ ਵਿੱਚ ਹੀ ਰਹਿਣ ਦਾ ਅਨੁਮਾਨ ਹੈ, ਅਤੇ ਸਾਡਾ ਅਨੁਮਾਨ ਹੈ ਕਿ ਪੰਜਾਬ ਵੀ ਕਵਰ ਕਰੇਗਾ ਕਾਫੀ ਹਿੱਸੇ, ਔਰ ਉਹਦੇ ਨਾਲ ਹਰਿਆਣਾ ਦੇ ਵੀ ਹਿੱਸੇ, ਉਹਦੇ ਨਾਲ NCR ਦਿੱਲੀ ਵੀ 2 ਤੋਂ 3 ਦਿਨਾਂ ਦੇ ਵਿੱਚ ਕਵਰ ਹੋਣ ਦਾ ਅਨੁਮਾਨ ਹੈ। ਇਹਦੇ ਨਾਲ ਜੋ ਹਿਮਾਲयन ਰੀਜਨ ਹੈ ਉਹ ਕਵਰ ਹੋਣ ਦਾ ਅਨੁਮਾਨ ਹੈ। सर वजह की रही है कि देरी से जिस तरीके से देखो इस वेले तो बहुत ज़्यादा डिफरेंस नहीं है, पहले स्लो सी। अगर तुम मैप तो देखो इस वेले जी साड़ी 30 जून की लाइन है या 25 जून की लाइन है, इतने भी बहुत ज़्यादा हाले डिफरेंस नहीं है। और जिमें जी है साड़ी NCR दिल्ली हरियाणा नॉर्थ पंजाब की लाइन है 30 जून की लाइन है, ठीक है। तो इस करके 2-3 दिनों का ज़्यादा डिफरेंस है, कोई ज़्यादा डिफरेंस नहीं है। अगर तुसी आने वाले दिनों की गल करिए तो साडा अनुमान है कि हिमालय जम्मू कश्मीर हिमाचल उत्तराखंड लगातार पूरा हफ्ता रेनफॉल होती रहेगी, हैवी रेनफॉल भी होती रहेगी। महीने 7 सेंटीमीटर तो ज़्यादा रेनफॉल होने का अनुमान है। ਉਹਦੇ ਨਾਲ ਉਸ ਤੋਂ ਬਾਅਦ 2-3 ਦਿਨਾਂ ਤੋਂ ਬਾਅਦ ਰੇਨਫਾਲ ਵੱਧ ਜਾਏਗੀ। ਹਿਮਾਚਲ ਉੱਤਰਾਖੰਡ 'ਚ ਮੇਨ ਵੈਰੀ ਹੈਵੀ 12 ਸੈਂਟੀਮੀਟਰ ਤੋਂ ਜ਼ਿਆਦਾ ਵੀ ਰੇਨਫਾਲ ਹੋ ਸਕਦੀ ਹੈ। ਪੰਜਾਬ ਹਰਿਆਣਾ ਦੀ ਗੱਲ ਕਰੀਏ, ਉੱਥੇ ਵੀ 2 तरीक ਤੋਂ ਬਾਅਦ ਲਗਾਤਾਰ हैवी रेनफॉल होने जा रही है। सर जिस तरीके से पिछले दिनों हीट वेव देखने के लिए मिली है, इसके पीछे क्या रीज़न होता है कि जिस तरीके से मानसून आता है उससे पहले हीट वेव देखने के लिए मिलती है? देखो की होंदा है कि जदों थोड़ी रेन नहीं हो रही, क्लीयर स्काई है, सनरेज डायरेक्टली अर्थ ते आ रही है, उन दिनों की होंदा है कि उस वेले फिर टैंपरेचर बढ़ जाते हैं। और इस वेले की है कि नॉर्मल भी क्योंकि मानसून सीजन है नॉर्मली काफ़ी घट होंगे हैं, तो वो चक्कर की है कि टैंपरेचर 40 डिग्री, हालांकि सच कोई इन्नी सिग्निफिकेंट हीट वेव नहीं है, लेकिन फिर भी 40 डिग्री तो टैंपरेचर बढ़ जाते हैं। तो बेस्ड अपॉन जी साडा क्राइटेरिया है डिपार्चर के बेस पर कि अगर नॉर्मल तो 5 डिग्री टैंपरेचर बढ़ जाते हैं तो असीं उन्हें हीट वेव कहते हैं। तो इस बारी काफ़ी से उत्तर प्रदेश में रहे, ईवन NCR दिल्ली भी रहा। लेकिन अगर तुसीं आने वाले दिनों की गल करिए तो आलमोस्ट पूरे रीजन से क्लाउड आ चुके हैं, बदल आ चुके हैं, जिहदे करके कोई टैंपरेचर हुण स्लोली घट जाए। जे असी अज की गल करिए, सब तो पहला अज जिहड़ी है मानसून काफ़ी फेवरेबल कंडीशन से। एक सीजनल ट्राप जो पंजाब तो लैके बे आफ बंगाल तक बनया होया सी, नॉर्थ बे आफ बंगाल तक, ਉਹਦੇ ਕਰਕੇ ਇਹ ਸਾਰਾ ਰੀਜ਼ਨ ਹੈ ਜਿੰਨਾ ਨਾਰਥ ਇੰਡੀਆ ਠੀਕ ਠਾਕ ਮੌਸਮ ਸੀ, ਫੇਵਰੇਬਲ ਸੀ, ਅਤੇ ਜਿਹਦੇ ਕਰਕੇ ਅੱਜ ਜਿਹੜਾ ਮਾਨਸੂਨ ਹੈ ਉਹ
ਨਾਰਥ ਵੈਸਟ ਇੰਡੀਆ ਵਿੱਚ ਆ ਗਿਆ ਕਿ ਵੀ ਉੱਤਰ ਪ੍ਰਦੇਸ਼ ਦੇ ਹਿੱਸੇ ਕਵਰ ਹੋ ਚੁੱਕੇ ਹੈ, ਉਹਦੇ ਨਾਲ ਉੱਤਰਾਖੰਡ ਦੇ ਜ਼ਿਆਦਾਤਰ ਹਿੱਸੇ ਕਵਰ ਹੋ ਚੁੱਕੇ ਹੈ, ਹਿਮਾਚਲ ਦੇ ਵੀ ਕੁਝ ਹਿੱਸੇ ਕਵਰ ਹੋਏ ਹੈ, ਉੱਧਰ ਲਦਾਖ ਦੇ ਵਿੱਚ ਕਵਰ ਹੋਇਆ ਹੈ। ਜੇ ਅਸੀਂ ਆਉਣ ਵਾਲੇ 2 ਤੋਂ 3 ਦਿਨਾਂ ਦੀ ਗੱਲ ਕਰੀਏ ਤਾਂ ਮਾਨਸੂਨ ਅੱਛੇ ਫੇਜ਼ ਵਿੱਚ ਹੀ ਰਹਿਣ ਦਾ ਅਨੁਮਾਨ ਹੈ, ਤੇ ਸਾਡਾ ਅਨੁਮਾਨ ਹੈ ਕਿ ਇਹ ਪੰਜਾਬ ਵੀ ਕਵਰ ਕਰੇਗਾ ਕਾਫੀ ਹਿੱਸੇ, ਔਰ ਉਹਦੇ ਨਾਲ ਹਰਿਆਣਾ ਦੇ ਵੀ ਹਿੱਸੇ, ਉਹਦੇ ਨਾਲ ਐਨਸੀਆਰ ਦਿੱਲੀ ਵੀ 2 ਤੋਂ 3 ਦਿਨਾਂ ਦੇ ਵਿੱਚ ਕਵਰ ਹੋਣ ਦਾ ਅਨੁਮਾਨ ਹੈ। ਇਹਦੇ ਨਾਲ ਜੋ ਹਿਮਾਲयन ਰੀਜਨ ਹੈ ਉਹ ਕਵਰ ਹੋਣ ਦਾ ਅਨੁਮਾਨ ਹੈ। सर वजह की रही है कि देरी से जिस तरीके से ਦੇਖੋ ਇਸ ਵੇਲੇ ਤਾਂ ਬਹੁਤ ਜ਼ਿਆਦਾ ਡਿਫਰੈਂਸ ਨਹੀਂ ਹੈ, ਪਹਿਲੇ ਸਲੋ ਸੀ। ਅਗਰ ਤੁਸੀਂ ਇਹ ਮੈਪ ਤੋਂ ਦੇਖੋ, ਇਸ ਵੇਲੇ ਜਿਹੜੀ ਸਾਡੀ 30 ਜੂਨ ਦੀ ਲਾਈਨ ਹੈ, ਇਹ 25 ਜੂਨ ਦੀ ਲਾਈਨ ਹੈ, ਤੇ ਇੱਥੇ ਵੀ ਬਹੁਤ ਜ਼ਿਆਦਾ ਹਲੇ ਡਿਫਰੈਂਸ ਨਹੀਂ ਹੈ। ਪਰ ਜਿਵੇਂ ਜਿਹੜੀ ਹੈ ਸਾਡੀ ਐਨਸੀਆਰ ਦਿੱਲੀ, ਹਰਿਆਣਾ, ਨਾਰਥ ਪੰਜਾਬ ਦੀ ਲਾਈਨ ਹੈ, 30 ਜੂਨ ਦੀ ਲਾਈਨ ਹੈ, ਠੀਕ ਹੈ। ਤੇ ਇਸ ਕਰਕੇ 2-3 ਦਿਨਾਂ ਦਾ ਜ਼ਿਆਦਾ ਡਿਫਰੈਂਸ ਹੈ, ਕੋਈ ਜ਼ਿਆਦਾ ਡਿਫਰੈਂਸ ਨਹੀਂ ਹੈ। ਅਗਰ ਤੁਸੀਂ ਆਉਣ ਵਾਲੇ ਦਿਨਾਂ ਦੀ ਗੱਲ ਕਰੀਏ ਤਾਂ ਸਾਡਾ ਅਨੁਮਾਨ ਹੈ ਕਿ ਹਿਮਾਲਿਆ 'ਚ, ਜੰਮੂ ਕਸ਼ਮੀਰ, ਹਿਮਾਚਲ, ਉੱਤਰਾਖੰਡ 'ਚ ਲਗਾਤਾਰ ਪੂਰਾ ਹਫਤਾ ਰੇਨਫਾਲ ਹੁੰਦੀ ਰਹੇਗੀ, ਹੈਵੀ ਰੇਨਫਾਲ ਵੀ ਹੁੰਦੀ ਰਹੇਗੀ। ਮਹੀਨੇ 7 ਸੈਂਟੀਮੀਟਰ ਤੋਂ ਜ਼ਿਆਦਾ ਰੇਨਫਾਲ ਹੋਣ ਦਾ ਅਨੁਮਾਨ ਹੈ। ਉਹਦੇ ਨਾਲ ਉਸ ਤੋਂ ਬਾਅਦ 2-3 ਦਿਨਾਂ ਤੋਂ ਬਾਅਦ ਰੇਨਫਾਲ ਵੱਧ ਜਾਏਗੀ। ਹਿਮਾਚਲ, ਉੱਤਰਾਖੰਡ 'ਚ ਮੇਨ ਵੈਰੀ ਹੈਵੀ 12 ਸੈਂਟੀਮੀਟਰ ਤੋਂ ਜ਼ਿਆਦਾ ਵੀ ਰੇਨਫਾਲ ਹੋ ਸਕਦੀ ਹੈ। ਪੰਜਾਬ, ਹਰਿਆਣਾ ਦੀ ਗੱਲ ਕਰੀਏ, ਉੱਥੇ ਵੀ 2 ਤਰੀਕ ਤੋਂ ਬਾਅਦ ਲਗਾਤਾਰ हैवी रेनफॉल होने जा रही है। सर जिस तरीके से पिछले दिनों हीट वेव देखने के लिए मिली जी। है, इसके पीछे क्या रीजन होता है कि जिस तरीके से मानसून आता है उससे पहले हीट वेव देखने के लिए मिलती है? देखो ਕੀ ਹੁੰਦਾ ਹੈ ਕਿ ਜਦੋਂ ਤੁਹਾਡੀ ਰੇਨ ਨਹੀਂ ਹੋ ਰਹੀ, ਕਲੀਅਰ ਸਕਾਈ ਹੈ, ਸਨਰੇਜ਼ ਡਾਇਰੈਕਟਲੀ ਅਰਥ ਤੇ ਆ ਰਹੀ ਹੈ, ਉਨ ਦਿਨਾਂ 'ਚ ਕੀ ਹੁੰਦਾ ਹੈ ਕਿ ਉਸ ਵੇਲੇ ਫਿਰ ਟੈਂਪਰੇਚਰ ਵੱਧ ਜਾਂਦੇ ਹੈ। ਔਰ ਇਸ ਵੇਲੇ ਕੀ ਹੈ ਕਿ ਨਾਰਮਲ ਵੀ, ਕਿਉਂਕਿ ਮਾਨਸੂਨ ਸੀਜ਼ਨ ਹੈ, ਨਾਰਮਲੀ ਕਾਫੀ ਘੱਟ ਹੁੰਦੇ ਆ, तो ਉਹਦੇ ਚੱਕਰ 'ਚ ਕੀ ਹੈ ਕਿ ਟੈਂਪਰੇਚਰ 40 ਡਿਗਰੀ, ਹਾਲਾਂਕਿ ਇਹ ਸੱਚ ਕੋਈ ਇੰਨੀ ਸਿਗਨੀਫਿਕੈਂਟ ਹੀਟ ਵੇਵ ਨਹੀਂ ਹੈ, ਲੇਕਿਨ ਫਿਰ ਵੀ 40 ਡਿਗਰੀ ਤੋਂ ਟੈਂਪਰੇਚਰ ਵੱਧ ਜਾਂਦੇ ਆ। ਤਾਂ ਬੇਸਡ ਅਪੋਨ ਜਿਹੜੀ ਸਾਡਾ ਕ੍ਰਾਈਟੇਰੀਆ ਹੈ ਡਿਪਾਰਚਰ ਦੇ ਬੇਸ 'ਤੇ ਕਿ ਅਗਰ ਨਾਰਮਲ ਤੋਂ 5 ਡਿਗਰੀ ਟੈਂਪਰੇਚਰ ਵੱਧ ਜਾਂਦੇ ਆ ਤਾਂ ਅਸੀਂ ਉਹਨੂੰ ਹੀਟ ਵੇਵ ਕਹਿੰਦੇ ਹਾਂ। ਅਤੇ ਇਸ ਵਾਰੀ ਕਾਫੀ ਹਿੱਸੇ ਉੱਤਰ ਪ੍ਰਦੇਸ਼ ਵਿੱਚ ਰਹੇ, ਈਵਨ ਐਨਸੀਆਰ ਦਿੱਲੀ 'ਚ ਵੀ ਰਿਹਾ। ਲੇਕਿਨ ਅਗਰ ਤੁਸੀਂ ਆਉਣ ਵਾਲੇ ਦਿਨਾਂ ਦੀ ਗੱਲ ਕਰੀਏ ਤਾਂ ਆਲਮੋਸਟ ਪੂਰੇ ਰੀਜਨ 'ਚ ਹੀ ਕਲਾਉਡ ਆ ਚੁੱਕੇ ਆ, ਬੱਦਲ ਆ ਚੁੱਕੇ ਆ, ਜਿਹਦੇ ਕਰਕੇ ਕੋਈ ਟੈਂਪਰੇਚਰ ਹੁਣ ਸਲੋਲੀ ਘੱਟ ਜਾਂਦਾ। ਜੇ ਅਸੀਂ ਅੱਜ ਦੀ ਗੱਲ ਕਰੀਏ, ਸਭ ਤੋਂ ਪਹਿਲਾਂ ਅੱਜ ਜਿਹੜੀ ਹੈ ਮਾਨਸੂਨ ਕਾਫੀ ਫੇਵਰੇਬਲ ਕੰਡੀਸ਼ਨ ਸੀ। ਇੱਕ ਸੀਜ਼ਨਲ ਟਰਾਫ ਜੋ ਪੰਜਾਬ ਤੋਂ ਲੈ ਕੇ ਬੇ ਆਫ ਬੰਗਾਲ ਤੱਕ ਬਣਿਆ ਹੋਇਆ ਸੀ, ਨਾਰਥ ਬੇ ਆਫ ਬੰਗਾਲ ਤੱਕ, ਉਹਦੇ ਕਰਕੇ ਇਹ ਸਾਰਾ ਰੀਜ਼ਨ ਹੈ ਜਿੰਨਾ ਨਾਰਥ ਇੰਡੀਆ ਠੀਕ ਠਾਕ ਮੌਸਮ ਸੀ, ਫੇਵਰੇਬਲ ਸੀ, ਅਤੇ ਜਿਹਦੇ ਕਰਕੇ ਅੱਜ ਜਿਹੜਾ ਮਾਨਸੂਨ ਹੈ ਉਹ ਨਾਰਥ ਵੈਸਟ ਇੰਡੀਆ ਵਿੱਚ ਆ ਗਿਆ ਕਿ ਵੀ ਉੱਤਰ ਪ੍ਰਦੇਸ਼ ਦੇ ਹਿੱਸੇ ਕਵਰ ਹੋ ਚੁੱਕੇ ਹੈ, ਉਹਦੇ ਨਾਲ ਉੱਤਰਾਖੰਡ ਦੇ ਜ਼ਿਆਦਾਤਰ ਹਿੱਸੇ ਕਵਰ ਹੋ ਚੁੱਕੇ ਹੈ, ਹਿਮਾਚਲ ਦੇ ਵੀ ਕੁਝ ਹਿੱਸੇ ਕਵਰ ਹੋਏ ਹੈ, ਉੱਧਰ ਲਦਾਖ ਦੇ ਵਿੱਚ ਕਵਰ ਹੋਇਆ। ਜੇ ਅਸੀਂ ਆਉਣ ਵਾਲੇ 2 ਤੋਂ 3 ਦਿਨਾਂ ਦੀ ਗੱਲ ਕਰੀਏ ਤਾਂ ਮਾਨਸੂਨ ਅੱਛੇ ਫੇਜ਼ ਵਿੱਚ ਹੀ ਰਹਿਣ ਦਾ ਅਨੁਮਾਨ ਹੈ, ਅਤੇ ਸਾਡਾ ਅਨੁਮਾਨ ਹੈ ਕਿ ਇਹ ਪੰਜਾਬ ਵੀ ਕਵਰ ਕਰੇਗਾ ਕਾਫੀ ਹਿੱਸੇ, ਔਰ ਉਹਦੇ ਨਾਲ ਹਰਿਆਣਾ ਦੇ ਵੀ ਹਿੱਸੇ, ਉਹਦੇ ਨਾਲ ਐਨਸੀਆਰ ਦਿੱਲੀ ਵੀ 2 ਤੋਂ 3 ਦਿਨਾਂ ਦੇ ਵਿੱਚ ਕਵਰ ਹੋਣ ਦਾ ਅਨੁਮਾਨ ਹੈ। ਇਹਦੇ ਨਾਲ ਜੋ ਹਿਮਾਲयन ਰੀਜਨ ਹੈ ਉਹ ਕਵਰ ਹੋਣ ਦਾ ਅਨੁਮਾਨ ਹੈ। सर वजह की रही है कि देरी से जिस तरीके से ਦੇਖੋ ਇਸ ਵੇਲੇ ਤਾਂ ਬਹੁਤ ਜ਼ਿਆਦਾ ਡਿਫਰੈਂਸ ਨਹੀਂ ਹੈ, ਪਹਿਲੇ ਸਲੋ ਸੀ। ਅਗਰ ਤੁਸੀਂ ਇਹ ਮੈਪ ਤੋਂ ਦੇਖੋ, ਇਸ ਵੇਲੇ ਜਿਹੜੀ ਸਾਡੀ 30 ਜੂਨ ਦੀ ਲਾਈਨ ਹੈ, ਇਹ 25 ਜੂਨ ਦੀ ਲਾਈਨ ਹੈ, ਤੇ ਇੱਥੇ ਵੀ ਬਹੁਤ ਜ਼ਿਆਦਾ ਹਲੇ ਡਿਫਰੈਂਸ ਨਹੀਂ ਹੈ। ਔਰ ਜਿਵੇਂ ਜਿਹੜੀ ਹੈ ਸਾਡੀ ਐਨਸੀਆਰ ਦਿੱਲੀ, ਹਰਿਆਣਾ, ਨਾਰਥ ਪੰਜਾਬ ਦੀ ਲਾਈਨ ਹੈ, 30 ਜੂਨ ਦੀ ਲਾਈਨ ਹੈ, ਠੀਕ ਹੈ। ਤੇ ਇਸ ਕਰਕੇ 2-3 ਦਿਨਾਂ ਦਾ ਜ਼ਿਆਦਾ ਡਿਫਰੈਂਸ ਹੈ, ਕੋਈ ਜ਼ਿਆਦਾ ਡਿਫਰੈਂਸ ਨਹੀਂ ਹੈ। ਅਗਰ ਤੁਸੀਂ ਆਉਣ ਵਾਲੇ ਦਿਨਾਂ ਦੀ ਗੱਲ ਕਰੀਏ ਤਾਂ ਸਾਡਾ ਅਨੁਮਾਨ ਹੈ ਕਿ ਹਿਮਾਲਿਆ 'ਚ, ਜੰਮੂ ਕਸ਼ਮੀਰ, ਹਿਮਾਚਲ, ਉੱਤਰਾਖੰਡ 'ਚ ਲਗਾਤਾਰ ਪੂਰਾ ਹਫਤਾ ਰੇਨਫਾਲ ਹੁੰਦੀ ਰਹੇਗੀ, ਹੈਵੀ ਰੇਨਫਾਲ ਵੀ ਹੁੰਦੀ ਰਹੇਗੀ। ਮਹੀਨੇ 7 ਸੈਂਟੀਮੀਟਰ ਤੋਂ ਜ਼ਿਆਦਾ ਰੇਨਫਾਲ ਹੋਣ ਦਾ ਅਨੁਮਾਨ ਹੈ। ਉਹਦੇ ਨਾਲ ਉਸ ਤੋਂ ਬਾਅਦ 2-3 ਦਿਨਾਂ ਤੋਂ ਬਾਅਦ ਰੇਨਫਾਲ ਵੱਧ ਜਾਏਗੀ। ਹਿਮਾਚਲ, ਉੱਤਰਾਖੰਡ 'ਚ ਮੇਨ ਵੈਰੀ ਹੈਵੀ 12 ਸੈਂਟੀਮੀਟਰ ਤੋਂ ਜ਼ਿਆਦਾ ਵੀ ਰੇਨਫਾਲ ਹੋ ਸਕਦੀ ਹੈ। ਪੰਜਾਬ, ਹਰਿਆਣਾ ਦੀ ਗੱਲ ਕਰੀਏ, ਉੱਥੇ ਵੀ 2 ਤਰੀਕ ਤੋਂ ਬਾਅਦ ਲਗਾਤਾਰ हैवी रेनफॉल होने जा रही है। सर जिस तरीके से पिछले दिनों हीट वेव देखने के लिए मिली जी। है, इसके पीछे क्या रीजन होता है कि जिस तरीके से मानसून आता है उससे पहले हीट वेव देखने के लिए मिलती है? देखो ਕੀ ਹੁੰਦਾ ਹੈ ਕਿ ਜਦੋਂ ਤੁਹਾਡੀ ਰੇਨ ਨਹੀਂ ਹੋ ਰਹੀ, ਕਲੀਅਰ ਸਕਾਈ ਹੈ, ਸਨਰੇਜ਼ ਡਾਇਰੈਕਟਲੀ ਅਰਥ ਤੇ ਆ ਰਹੀ ਹੈ, ਉਨ ਦਿਨਾਂ 'ਚ ਕੀ ਹੁੰਦਾ ਹੈ ਕਿ ਉਸ ਵੇਲੇ ਫਿਰ ਟੈਂਪਰੇਚਰ ਵੱਧ ਜਾਂਦੇ ਹੈ।
ਔਰ ਇਸ ਵੇਲੇ ਕੀ ਹੈ ਕਿ ਨਾਰਮਲ ਵੀ ਕਿਉਂਕਿ ਮਾਨਸੂਨ ਸੀਜ਼ਨ ਹੈ ਨਾਰਮਲੀ ਕਾਫੀ ਘੱਟ ਹੁੰਦੇ ਆ तो ਉਹਦੇ ਚੱਕਰ 'ਚ ਕੀ ਹੈ ਕਿ ਟੈਂਪਰੇਚਰ 40 डिग्री हालांकि सच कोई इतनी सिग्निफिकेंट हीट वेव नहीं है लेकिन फिर भी 40 डिग्री तो ਟੈਂਪਰੇਚਰ ਵੱਧ ਜਾਂਦੇ ਆ तो बेस्ड अपॉन ਜਿਹੜੀ ਸਾਡਾ ਕ੍ਰਾਈਟੇਰੀਆ ਹੈ ਡਿਪਾਰਚਰ ਦੇ ਬੇਸ ਤੇ ਕਿ ਅਗਰ ਨਾਰਮਲ ਤੋਂ 5 डिग्री ਟੈਂਪਰੇਚਰ ਵੱਧ ਜਾਂਦੇ ਆ ਤਾਂ ਅਸੀਂ ਉਹਨੂੰ ਹੀਟ ਵੇਵ ਕਹਿੰਦੇ ਆ ਤੇ ਇਸ ਵਾਰੀ ਕਾਫੀ ਸੇ ਉੱਤਰ ਪ੍ਰਦੇਸ਼ ਵਿੱਚ ਰਹੇ ਈਵਨ ਐਨਸੀਆਰ ਦਿੱਲੀ 'ਚ ਵੀ ਰਿਹਾ ਲੇਕਿਨ ਅਗਰ ਤੁਸੀਂ ਆਉਣ ਵਾਲੇ ਦਿਨਾਂ ਦੀ ਗੱਲ ਕਰੀਏ ਤਾਂ ਆਲਮੋਸਟ ਪੂਰੇ ਰੀਜਨ 'ਚ ਹੀ ਕਲਾਉਡ ਆ ਚੁੱਕੇ ਆ ਬੱਦਲ ਆ ਚੁੱਕੇ ਆ ਜਿਹਦੇ ਕਰਕੇ ਕੋਈ ਟੈਂਪਰੇਚਰ ਹੁਣ ਸਲੋਲੀ ਘਟ ਜਾਂਦਾ